ਅੱਜ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਉਦਾਸੀਨ ਸੰਪਰਦਾਏ ਦੇ ਬਾਨੀ ਮਹਾਂਪੁਰਸ਼ ਬਾਬਾ ਸ਼੍ਰੀ ਚੰਦ ਜੀ ਦਾ 525ਵਾਂ ਆਗਾਜ਼ ਦਿਵਸ ਹੈ। ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਰੌਸ਼ਨੀ ਹੇਠ ਇਹਨਾਂ ਮਹਾਂਪੁਰਸ਼ਾਂ ਦੇ ਜੀਵਨ ਨਾਲ ਸਾਂਝ ਪਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਦੇਖੋ, ਸੁਲਤਾਨਪੁਰ ਦੀ ਧਰਤੀ ਹੈ, ਭਾਦੋਂ ਸੁਦੀ 9 ਸੰਮਤ 1551। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਬਾਬਾ ਸ਼੍ਰੀ ਚੰਦ ਜੀ ਦਾ ਆਗਾਜ਼ ਹੁੰਦਾ ਹੈ। ਐਸੇ ਮਹਾਂਪੁਰਸ਼ਾਂ ਬਾਬਤ ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਧੰਨ ਹੈ ਐਸੇ ਮਹਾਂਪੁਰਸ਼ਾਂ ਦਾ ਆਉਣਾ ਜਿਨ੍ਹਾਂ ਦੀ ਸੰਗਤ ਵਿੱਚ ਜਿਹੜਾ ਵੀ ਇਨਸਾਨ ਆਇਆ ਹੈ ਉਹ ਇਸ ਦੁਨੀਆ ਤੋਂ ਪਾਰ ਹੋ ਗਿਆ, ਭਾਵ ਨਿਜਾਤ ਹਾਸਲ ਕਰ ਗਿਆ, ਮੁਕਤੀ ਹਾਸਲ ਕਰ ਗਿਆ। ਕਹਿੰਦੇ ਸਾਧੂਆਂ ਦੇ ਆਉਣ ਦਾ ਪ੍ਰਯੋਜਨ ਕੀ ਹੈ, ਲਾਭ ਕੀ ਹੈ? ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਐਸੇ ਮਹਾਂਪੁਰਸ਼ਾਂ ਦੇ ਆਉਣ ਦਾ ਲਾਭ ਇਹ ਹੈ ਵੀ ਉਹਨਾਂ ਦੀ ਸੰਗਤ ਵਿੱਚ ਬੈਠਿਆਂ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ। ਔਰ ਉਹਦਾ ਫਲ ਕੀ ਹੈ? ਕਹਿੰਦੇ ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਮਹਾਂਪੁਰਸ਼ ਆਪ ਅਕਾਲ ਪੁਰਖ ਦਾ ਨਾਮ ਜਪ ਕੇ ਮੁਕਤ ਹੁੰਦੇ ਨੇ ਤੇ ਆਪਣੇ ਸੰਗੀਆਂ ਸਾਥੀਆਂ ਨੂੰ ਨਾਮ ਜਪਾ ਕੇ ਮੁਕਤ ਕਰ ਦਿੰਦੇ ਨੇ। ਇੰਗਲਿਸ਼ ਦੇ ਟੀਕਾਕਾਰ ਨੇ ਬੜੇ ਸੁੰਦਰ ਅਰਥ ਕੀਤੇ ਨੇ। ਕਹਿੰਦਾ ਹੀ ਹਿਮਸੈਲਫ ਇਜ਼ ਲਿਬਰੇਟਿਡ ਐਂਡ ਹੀ ਲਿਬਰੇਟਸ ਦਾ ਯੂਨੀਵਰਸ। ਸੋ ਆਪ ਮੁਕਤ ਹੈ ਅਤੇ ਹੋਰਾਂ ਨੂੰ ਵੀ ਮੁਕਤ ਕਰ ਦਿੰਦਾ ਹੈ। ਸੋ ਐਸੇ ਮਹਾਂਪੁਰਸ਼ਾਂ ਨੂੰ ਸਦਾ ਹੀ ਨਮਸਕਾਰ ਹੈ, ਸਦਾ ਹੀ ਸਿਰ ਝੁਕਦਾ ਹੈ। ਅੱਜ ਕੱਲ੍ਹ ਕਈ ਵੀਰ ਬਾਬਾ ਸ਼੍ਰੀ ਚੰਦ ਜੀ ਦੇ ਉੱਪਰ ਤਰਕ ਕਰਨਗੇ। ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਇੱਕ ਪੰਕਤੀ ਲੈਂਦੇ ਨੇ ਅਤੇ ਭਾਈ ਸੱਤੇ ਬਲਵੰਡ ਦੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇੱਕ ਪੰਕਤੀ ਉੱਥੋਂ ਲੈਂਦੇ ਨੇ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਉਹ ਕਹਿੰਦੇ ਨੇ ਵੀ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ। ਆਓ ਉਹਨਾਂ ਪੰਕਤੀਆਂ ਨਾਲ ਸਾਂਝ ਪਾਈਏ। ਭਾਈ ਗੁਰਦਾਸ ਕਹਿੰਦੇ ਨੇ, ਪੁੱਤਰੀ ਕੌਲ ਨਾ ਪਾਲਿਆ, ਮਨ ਖੋਟੇ ਆਕੀ ਨਸਿਆਰਾ, ਉਲਟੀ ਗੰਗ ਵਹਾਈਓਨ, ਗੁਰ ਅੰਗਦ ਸਿਰ ਉੱਪਰ ਧਾਰਾ। ਅੱਗੇ ਭਾਈ ਸੱਤਾ ਬਲਵੰਡ ਦੀ ਬਾਣੀ ਵਿੱਚ ਕਹਿੰਦੇ ਨੇ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਹ ਕੰਨ ਮੁਰਟੀਐ, ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ। ਅੱਛਾ, ਦੋਨਾਂ ਪੰਕਤੀਆਂ ਵਿੱਚ ਪੁੱਤਰੀ ਲਫ਼ਜ਼ ਹੈ, ਬਹੁ ਵਚਨ। ਹੁਣ ਨਾਮ ਨਹੀਂ ਆਇਆ ਕਿਤੇ ਬਾਬਾ ਸ਼੍ਰੀ ਚੰਦ ਦਾ ਵੀ ਉਹਨਾਂ ਵਚਨ ਨਹੀਂ ਮੰਨਿਆ। ਗੁਰੂ ਦੇ ਪੁੱਤਰ ਦੋ ਸ਼੍ਰੇਣੀਆਂ ਵਿੱਚ ਵੰਡੇ ਹੋਏ ਨੇ। ਇੱਕ ਹੈ ਨਾਦੀ ਵੰਸ਼, ਇੱਕ ਹੈ ਬਿੰਦੀ ਵੰਸ਼। ਮਾਤਾ ਪਿਤਾ ਦੇ ਸੰਜੋਗ ਤੋਂ ਪੈਦਾ ਹੋਵੇ ਉਹ ਬਿੰਦੀ ਵੰਸ਼ ਹੈ। ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਬਾਬਾ ਦਾਸੂ ਜੀ, ਬਾਬਾ ਦਾਤੂ ਜੀ, ਬਾਬਾ ਮੋਹਣ ਜੀ, ਬਾਬਾ ਮੋਰੀ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹ ਬਿੰਦੀ ਵੰਸ਼। ਨਾਦ ਕਹਿੰਦੇ ਨੇ ਸ਼ਬਦ ਨੂੰ। ਜੋ ਗੁਰੂ ਕੀ ਗੁਰਬਾਣੀ, ਗੁਰੂ ਕਾ ਸ਼ਬਦ ਹਿਰਦੇ 'ਚ ਵਸਾਵੇ, ਗੁਰਮਤ ਦਾ ਧਾਰਨੀ ਹੋਵੇ, ਉਹ ਗੁਰੂ ਦਾ ਨਾਦੀ ਪੁੱਤਰ। ਇੱਥੇ ਆ ਪੁੱਤਰੀ ਕੌਲ ਨਾ ਪਾਲਿਆ, ਪੁੱਤਰਾਂ ਨੇ ਕਹਿਣਾ ਨਹੀਂ ਮੰਨਿਆ ਤਾਂ ਬਾਬਾ ਲਹਿਣਾ ਜੀ ਨੂੰ ਤਖਤ ਮਿਲਿਆ। ਹੁਣ ਉੱਥੇ ਕਿਹੜੇ ਕਿਹੜੇ ਪੁੱਤਰ ਸਨ? ਬਿੰਦੀ ਪੁੱਤਰ ਵੀ ਸਨ, ਬਾਬਾ ਸ਼੍ਰੀ ਚੰਦ ਵੀ ਨੇ। ਉੱਥੇ ਨਾਦੀ ਪੁੱਤਰ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼, ਹੋਰ ਸਿੱਖ ਸੇਵਕ ਵੀ ਨੇ। ਹੋਇਆ ਕਿ ਜਦੋਂ ਵੀ ਪਾਤਸ਼ਾਹ ਗੁਰਤਾ ਗੱਦੀ ਅਗਾਂਹ ਬਖਸ਼ਦੇ ਨੇ ਨਾ, ਉਦੋਂ ਪ੍ਰੀਖਿਆ ਲੈਂਦੇ ਨੇ, ਸੇਵਾ ਸਿਮਰਨ ਵੇਖਦੇ ਨੇ। ਅੱਜ ਅਖੀਰਲੀ ਪ੍ਰੀਖਿਆ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਫੱਟੇ ਤੇ ਮੁਰਦਾ ਪਿਆ ਹੈ, ਖਾਓ। ਉੱਤੇ ਚਿੱਟਾ ਲਿਬਾਸ ਸੀ, ਕਹਿੰਦੇ ਖਾਓ। ਸਾਰੇ ਪਛਾਣ ਹਟ ਗਏ। ਬਾਬਾ ਲਹਿਣਾ ਜੀ ਕੋਲ ਖਲੋਤੇ। ਮਹਾਰਾਜ ਨੇ ਆਖਿਆ, ਲਹਿਣਾ ਜੀ ਤੁਸੀਂ ਖਾਂਦੇ ਨਹੀਂ, ਜੇ ਨਹੀਂ ਖਾਣਾ ਤੇ ਫਿਰ ਤੁਸੀਂ ਵੀ ਪਿੱਛੇ ਹਟ ਜਾਓ। ਤੇ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਨੂੰ ਹੱਥ ਜੋੜ ਕੇ ਕਹਿੰਦੇ, ਮਹਾਰਾਜ
मैं तो उड़ीक रहा है भी हुक्म करो सिर वालों खावां जां पैरां वालों। गुरु नानक साहब खेड़े विच आए, छाती नाल ला लिया और बाबा लैणा जी दे सामने उस मुर्दे तो जदों वस्त्र चुक्या तो वह थले कड़ाह प्रसाद निकलिया, मुर्दा है ही कोई ना। ये तुहाडे मेरे मनण विच गल्लां नहीं आउंदियां, क्योंकि साडे विच ताकत नहीं, पर गुरबाणी दा हुक्म है, गुर ते बाहर किश नहीं, गुर कीता लोड़े सो होए। गुरु इज़ ऑल पावरफुल, जो चाहे कर सकदा है। बाबा लैणा जी नूं छाती नाल ला लिया गुरु नानक साहिब ने। ਇਹਦਾ मतलब पता की है, हुक्म मन्निया होवै परवान तां खसमै का महल पाए सी। गुरु दे हुक्म विच ਚੱਲਣ वाले नूं महल प्राप्त हुंदा है, तख्त प्राप्त हुंदा है। हुण इत्थे ਜਿਹੜੇ बिंदी ते नादी पुत्र सन ਉਹ ਪਛਾਂ ਹਟ ਗਏ ਸਨ। सो इत्थे ਇਹ मतलब है भी पुत्री कौल ना पालियो। हुण भाई गुरदास कहंदे ने, दिल खोटे आकी फिरन बन भार उचायन छट्टीए। याद रखियो ਜਿਹੜੇ ਆਕੀ ਹੁੰਦੇ ਨੇ ਨਾ, ਉਹ ਵਾਧੂ ਹੀ ਭਾਰ ਚੁੱਕੀ ਫਿਰਦੇ ਨੇ ਮੈਂ ਦਾ, ਉਹਨਾਂ ਨੂੰ ਨਹੀਂ ਇਹ ਬਰਕਤਾਂ ਹਾਸਲ ਹੁੰਦੀਆਂ। ਹੁਣ ਇੱਥੇ ਜੋ ਕਹਿਣੇ ਵਿੱਚ ਚੱਲਿਆ ਉਸ ਨੂੰ ਤਖਤ ਮਿਲ ਗਿਆ। ਇਸੇ ਤਰ੍ਹਾਂ ਹੀ ਅੱਗੇ ਇਤਿਹਾਸ ਦੇਖੋ ਤੁਸੀਂ, ਗੁਰੂ ਅੰਗਦ ਸਾਹਿਬ ਦੇ ਲਖਤੇ ਜਿਗਰ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਜਦੋਂ ਗੁਰਤਾ ਗੱਦੀ ਦੀ ਪ੍ਰੀਖਿਆ ਹੋਈ ਹੈ ਉਦੋਂ ਉਹ ਵੀ ਪਛਾਂ ਰਹਿ ਗਏ ਤੇ ਬਾਬਾ ਅਮਰਦਾਸ ਅੱਗੇ ਲੰਘ ਗਏ, ਉਹਨਾਂ ਨੂੰ ਤਖਤ ਮਿਲ ਗਿਆ। ਫਿਰ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਪ੍ਰੀਖਿਆ ਵਿੱਚ ਪਿੱਛੇ ਰਹਿ ਗਏ। ਬਾਬਾ ਰਾਮਦਾਸ ਜੀ ਅੱਗੇ ਲੰਘ ਗਏ, ਉਹਨਾਂ ਨੂੰ ਤਖਤ ਮਿਲਿਆ। ਫਿਰ ਗੁਰੂ ਰਾਮਦਾਸ ਜੀ ਨੇ ਜਦੋਂ ਪ੍ਰੀਖਿਆ ਲਈ, ਗੁਰਤਾ ਗੱਦੀ ਲਈ, ਬਾਬਾ ਪਿਰਥੀ ਚੰਦ, ਬਾਬਾ ਮਹਾਦੇਵ ਜੀ ਪਿੱਛੇ ਰਹਿ ਗਏ। ਗੁਰੂ ਅਰਜਨ ਸਾਹਿਬ ਪ੍ਰੀਖਿਆ ਵਿੱਚ ਅੱਗੇ ਲੰਘ ਗਏ। ਸੋ ਹੁਕਮ ਮੰਨਣ ਦੇ ਨਾਲ ਪ੍ਰਵਾਨਗੀ ਹੋਈ। ਇੱਥੇ ਆਕੀ ਤੋਂ ਭਾਵ ਹੈ ਜਿਨ੍ਹਾਂ ਨੇ ਉਸ ਪ੍ਰੀਖਿਆ ਦੇ ਵਿੱਚ ਬਚਨ ਨਹੀਂ ਮੰਨਿਆ। ਇਹਦਾ ਮਤਲਬ ਇਹ ਨਹੀਂ ਵੀ ਉਹ ਗੁਰਮਤ ਦੇ ਉਲਟ ਚੱਲਦੇ ਸਨ, ਗੁਰੂ ਦੇ ਹੁਕਮ ਤੋਂ ਬਾਹਰ ਚੱਲਦੇ ਸਨ, ਨਹੀਂ। ਸੋ ਇਸ ਗੱਲ ਦਾ ਖਿਆਲ ਰੱਖਿਓ। ਹੁਣ ਦੇਖੋ, ਜਿਹੜੇ ਅਸਲ ਦੇ ਵਿੱਚ ਗੁਰੂ ਦੇ ਹੁਕਮ ਦੇ ਵਿਪਰੀਤ ਚੱਲੇ, ਸਾਫ਼ ਗੁਰੂ ਸਾਹਿਬ ਨੇ ਰਹਿਤਨਾਮਿਆਂ ਵਿੱਚ ਗੁਰੂ ਗੋਬਿੰਦ ਸਿੰਘ ਨੇ ਹੁਕਮ ਕੀਤਾ ਵੀ ਉਹਨਾਂ ਨਾਲ ਮਿਲਣਾ ਵਰਤਣਾ ਨਹੀਂ ਹੈ। ਉਹ ਕਿਹੜੇ ਕਿਹੜੇ ਨੇ? ਗੁਰੂ ਰਾਮਦਾਸ ਜੀ ਦੇ ਸੁਪੁੱਤਰ ਬਾਬਾ ਪ੍ਰਿਥਵੀ ਚੰਦ ਜੀ, ਗੁਰੂ ਹਰ ਰਾਏ ਸਾਹਿਬ ਜੀ ਦੇ ਸੁਪੁੱਤਰ ਬਾਬਾ ਰਾਮ ਰਾਏ ਜੀ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਬਾਬਾ ਧੀਰ ਮੱਲ ਜੀ। ਇਹਨਾਂ ਨੇ ਗੁਰੂ ਦਾ ਹੁਕਮ ਵੀ ਨਹੀਂ ਮੰਨਿਆ, ਆਪਣੇ ਪੰਥ ਵੀ ਚਲਾਏ, ਗੁਰੂ ਹੋਣ ਦਾ ਦਾਅਵਾ ਵੀ ਕੀਤਾ, ਸ਼ਰੀਕੇਬਾਜ਼ੀ ਕੀਤੀ, ਗੁਰੂ ਸਾਹਿਬ ਦੇ ਸ਼ਰੀਕ ਬਣੇ। ਮਹਾਰਾਜ ਨੇ ਰਹਿਤਨਾਮਿਆਂ ਵਿੱਚ ਹੁਕਮ ਕਰ ਦਿੱਤਾ ਸਿੱਖ ਦੇ ਲਈ, ਰਾਮ ਰਾਈਆਂ ਨਾਲ, ਧੀਰ ਮੱਲੀਆਂ ਨਾਲ, ਪ੍ਰਿਥਵੀ ਚੰਦੀਏ ਜੋ ਮੀਣੇ ਨੇ, ਨੜੀ ਮਾਰ, ਕੁੜੀ ਮਾਰ, ਇਹਨਾਂ ਨਾਲ ਸਿੱਖ ਨੇ ਮਿਲਣ ਵਰਤਨ ਨਹੀਂ ਰੱਖਣਾ। ਅਗਰ ਬਾਬਾ ਸ਼੍ਰੀ ਚੰਦ ਜੀ ਗੁਰੂ ਦੇ ਹੁਕਮ ਤੋਂ ਬਾਹਰ ਚੱਲੇ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਰਹਿਤਨਾਮਿਆਂ ਵਿੱਚ ਇਹ ਸਿੱਖ ਨੂੰ ਹੁਕਮ ਕਰਨਾ ਸੀ ਵੀ ਇਹ ਗੁਰੂ ਦੇ ਸ਼ਰੀਕ ਨੇ, ਉਦਾਸੀਆਂ ਨੂੰ, ਸ਼੍ਰੀ ਚੰਦੀਆਂ ਨੂੰ ਸਿੱਖ ਮੂੰਹ ਨਾ ਲਾਉਣ, ਪਰ ਇਹ ਕਿਧਰੇ ਵੀ ਨਹੀਂ ਮਿਲਦਾ। ਸੋ ਇਹ ਵਾਧੂ ਦੀ ਨਿੰਦਾ ਹੈ। ਯਾਦ ਰੱਖਿਓ, ਗੁਰੂ ਘਰ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਅਥਾਹ ਸਤਿਕਾਰ ਰਿਹਾ ਹੈ, ਅਦਬ ਰਿਹਾ ਹੈ। ਹੁਣ ਇਤਿਹਾਸ ਵਿੱਚ ਥੋੜ੍ਹੀ ਜਿਹੀ ਝਾਤ ਮਾਰੋ ਤੁਸੀਂ, ਕਿੱਡੀ ਸਤਿਕਾਰਤ ਹਸਤੀ ਨੇ ਉਹ। ਇੱਕ ਵਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕੋਲ ਬਾਬਾ ਸ਼੍ਰੀ ਚੰਦ ਜੀ ਆਏ ਤੇ ਸਹਿ ਸੁਭਾਅ ਆਖਣ ਲੱਗੇ, ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡਾ ਦਾੜਾ ਬੜਾ ਵਧਿਆ ਹੈ, ਇਹ ਕਿਉਂ? ਤੇ ਗੁਰੂ ਰਾਮਦਾਸ ਜੀ ਨਿਮਰਤਾ ਵਿੱਚ ਆ ਕੇ ਨੀਵੇਂ ਹੋ ਗਏ, ਕਹਿੰਦੇ ਜੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਦੇ ਲਈ ਵਧਿਆ ਹੈ। ਵੈਸੇ ਬਾਣੀ ਦਾ ਫਰਮਾਨ ਹੈ, ਟਹਿਲ ਕਰੋ ਤੇਰੇ ਦਾਸ ਕੀ, ਪੱਗ ਝਾਰੋਂ ਬਾਲ। ਐ ਅਕਾਲ ਪੁਰਖ ਤੇਰੇ ਦਾਸਾਂ ਦੀ ਸੇਵਾ ਕਰਾਂ, ਕੇਸਾਂ ਦੇ ਨਾਲ ਉਹਨਾਂ ਦੇ ਚਰਨ ਝਾੜਾਂ। ਇੰਨਾ ਅਦਬ ਹੈ ਸਤਿਪੁਰਸ਼ਾਂ ਦਾ। ਬਾਬਾ ਸ਼੍ਰੀ ਚੰਦ ਜੀ ਨੇ ਗੱਲ ਨਾਲ ਲਾ ਲਿਆ, ਕਹਿੰਦੇ ਇਸੇ ਨਿਮਰਤਾ ਕਰਕੇ ਤੁਸੀਂ ਗੁਰੂ ਨਾਨਕ ਦੇ ਤਖਤ ਦੇ ਵਾਰਸ ਬਣੇ ਹੋ। ਆਪਸ ਕੋ ਜੋ ਜਾਣੈ ਨੀਚਾ ਸੋਊ ਗਣੀਐ, ਸਭ ਤੇ ਉੱਚਾ। ਇਹ ਸਿੱਖੀ ਦਾ ਸਿਧਾਂਤ ਹੈ। ਔਰ ਦੂਸਰੀ ਉਦਾਹਰਣ ਦੇਵਾਂ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ 5 ਸਾਹਿਬਜ਼ਾਦਿਆਂ ਸਮੇਤ ਬਾਬਾ ਸ਼੍ਰੀ ਚੰਦ ਨੂੰ ਮਿਲਦੇ ਨੇ ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ, ਮਹਾਰਾਜ ਕਿੰਨੇ ਸਪੁੱਤਰ ਨੇ? ਕਹਿੰਦੇ ਜੀ ਆਹ 5 ਸਪੁੱਤਰ ਨੇ। ਤੇ ਬਾਬਾ ਜੀ ਕਹਿੰਦੇ ਇੱਕ ਸਾਨੂੰ ਹੀ ਦੇ ਦਿਓ।
ਗੁਰੂ ਨਾਨਕ ਦੇ ਬਗੀਚੇ ਨੂੰ ਹੋਰ ਪ੍ਰਫੁੱਲਤ ਕਰੇਗਾ, ਉਦਾਸੀਨ ਸੰਪਰਦਾਇ ਦਾ ਪ੍ਰਚਾਰ ਕਰੇਗਾ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਬਾ ਜੀ ਇਹ ਸਭ ਤੁਹਾਡੇ ਹੀ ਨੇ, ਜਿਹੜਾ ਚਾਹੀਦਾ ਹੈ ਲੈ ਲਵੋ। ਤੇ ਬਾਬਾ ਸ਼੍ਰੀ ਚੰਦ ਜੀ ਨੇ 5 ਸਪੁੱਤਰਾਂ ਵਿੱਚੋਂ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਤੇਗ ਬਹਾਦਰ ਜੀ ਵਿੱਚੋਂ ਬਾਬਾ ਗੁਰਦਿੱਤਾ ਜੀ ਦੀ ਬਾਂਹ ਫੜ ਲਈ। 6ਵੇਂ ਪਾਤਸ਼ਾਹ ਨੇ ਖੁਸ਼ੀ ਦੇ ਨਾਲ ਸਪੁੱਤਰ ਸੌਂਪ ਦਿੱਤਾ ਔਰ ਬਾਅਦ ਵਿੱਚ ਬਾਬਾ ਗੁਰਦਿੱਤਾ ਜੀ ਨੇ ਉਦਾਸੀਨ ਸੰਪਰਦਾਇ ਦਾ ਸਿੱਖ ਜਗਤ ਦਾ ਬੜਾ ਪ੍ਰਚਾਰ ਪ੍ਰਸਾਰ ਕੀਤਾ। ਇਤਿਹਾਸ ਵਿੱਚ ਉਦਾਸੀਨ ਸੰਪਰਦਾਇ ਦੀਆਂ ਸੇਵਾਵਾਂ ਵੱਲ ਵੇਖੋ। ਇੱਕ ਮਹਾਂਪੁਰਸ਼ ਹੋਇਆ ਹੈ ਮਹੰਤ ਕਿਰਪਾਲ ਦਾਸ। 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਪਹਾੜੀ ਰਾਜੇ ਮੁਗਲ ਰਲ ਕੇ ਭੰਗਾਣੀ ਦੇ ਸਥਾਨ ਉੱਪਰ ਗੁਰੂ ਗੋਬਿੰਦ ਸਿੰਘ ਨਾਲ ਯੁੱਧ ਲੜਦੇ ਨੇ। ਇਸ ਯੁੱਧ ਵਿੱਚ ਵੈਰੀ ਦਲਾਂ ਦੇ ਜਰਨੈਲ ਹਯਾਤ ਖਾਂ ਦੇ ਸਾਹਮਣੇ ਮਹੰਤ ਕਿਰਪਾਲ ਦਾਸ ਅੜ ਗਿਆ। ਉਦਾਸੀ ਮਹਾਂਪੁਰਸ਼ ਅੜ ਗਿਆ। 10ਮ ਗ੍ਰੰਥ ਦੇ ਬੋਲ ਨੇ, ਕਿਰਪਾਲ ਕੋਪੀਅਨ ਕੁਤ ਕੋ ਸੰਭਾਰੀ, ਹਠੀ ਖਾਨ ਹਯਾਤ ਕੇ ਸੀਸ ਝਾਰੀ, ਉਠੀ ਸ਼ਿਸ਼ ਇਸ਼ੰ ਕਢਾ ਮੇਜ ਜੋਰੰਗ, ਮਨੋ ਮਾਖਨੰ ਮਟਕੀ ਕਾਨ ਫੋਰੰਗ। ਉਹ ਕੁਤਕਾ ਲੈ ਕੇ, ਵੱਡੀ ਡਾਂਗ ਕਹਿ ਲਓ ਤੁਸੀਂ, ਮੋਟਾ ਛੋਟਾ ਸੀ ਹੱਥ ਵਿੱਚ ਮਹਾਂਪੁਰਸ਼ ਦੇ, ਮਾਰਿਆ ਸਿਰ ਵਿੱਚ, ਹਯਾਤ ਖਾਂ ਦੇ ਮਿੱਝ ਕੱਢ ਦਿੱਤੀ। ਇਹ ਸੇਵਾ ਹੈ ਉਦਾਸੀ ਮਹਾਂਪੁਰਸ਼ਾਂ ਦੀ। ਆਪਣੇ ਬੱਚੇ ਸ਼ਹੀਦ ਕਰਵਾਏ ਇਸ ਜੰਗ ਵਿੱਚ ਉਸ ਮਹਾਂਪੁਰਸ਼ ਨੇ। ਜਦੋਂ ਨੰਦਾਂ ਦੀ ਪੁਰੀ ਨੂੰ ਘੇਰਾ ਪਿਆ ਨਾ 1704 ਈਸਵੀ ਵਿੱਚ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਛੱਡਣ ਲੱਗੇ, ਸ੍ਰੀ ਕੇਸਗੜ੍ਹ ਸਾਹਿਬ ਤਖਤ ਦੀ ਸੇਵਾ, ਹੋਰਾਂ ਗੁਰਧਾਮਾਂ ਦੀ ਸੇਵਾ ਉਦਾਸੀ ਮਹਾਂਪੁਰਸ਼ ਭਾਈ ਗੁਰਬਖਸ਼ ਦਾਸ ਨੂੰ ਸੌਂਪ ਕੇ ਗਏ। ਤੇ ਜੇ ਉਦਾਸੀਨ ਸੰਪਰਦਾਇ ਸਿੱਖ ਜਗਤ ਦਾ ਹਿੱਸਾ ਨਹੀਂ ਸਨ, ਸਨਾਤਨ ਮਤ ਵਿੱਚੋਂ ਸਨ, ਤਾਂ ਭੁੱਲ ਕੇ ਵੀ ਮਹਾਰਾਜ ਨੇ ਸੇਵਾ ਨਹੀਂ ਸੀ ਦੇਣੀ। ਉਦੋਂ ਹੀ ਵਿਛੋੜਾ ਕਰ ਲੈਂਦੇ ਵੀ ਇਹ ਸਿੱਖੀ ਦਾ ਅੰਗ ਨਹੀਂ। ਯਾਦ ਰੱਖਿਓ, ਜਦੋਂ ਗੁਰਦੁਆਰਾ ਐਕਟ ਬਣਿਆ ਹੈ ਉਦੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਸਾਂਭੀ ਹੈ। ਪਹਿਲਾਂ ਸਾਰੀ ਸੇਵਾ ਉਦਾਸੀ ਮਹਾਂਪੁਰਸ਼ ਕਰਦੇ ਰਹੇ ਨੇ ਗੁਰਧਾਮਾਂ ਦੀ। ਸਮਾਂ ਆਇਆ ਖਾਲਸੇ ਤੇ ਭੀੜ ਪਈ। 17ਵੀਂ 18ਵੀਂ ਸਦੀ ਦਾ ਸਮਾਂ ਹੈ। ਖਾਲਸਾ ਜੰਗਾਂ ਯੁੱਧਾਂ ਵਿੱਚ ਰੁੱਝਿਆ ਹੈ, ਦਿਨ ਜੰਗਲਾਂ ਵਿੱਚ ਕੱਟਣੇ ਪੈਂਦੇ ਨੇ। ਉਸ ਕਠਿਨ ਸਮੇਂ ਦੇ ਵਿੱਚ ਸਿੱਖ ਜਗਤ ਦੇ ਜਿੰਨੇ ਵੀ ਪਵਿੱਤਰ ਧਰਮ ਅਸਥਾਨ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੀ ਸੇਵਾ ਉਦਾਸੀਨ ਅਤੇ ਨਿਰਮਲੇ ਸੰਪਰਦਾਇ ਦੇ ਮਹਾਂਪੁਰਸ਼ਾਂ ਨੇ ਨਿਭਾਈ। ਹੱਥੀਂ ਗੁਰਬਾਣੀ ਲਿਖੀ, ਗੁੜਕਾ ਸਾਹਿਬ ਲਿਖੇ, ਘਰ ਘਰ ਪਹੁੰਚਾਏ, ਵੱਡੀਆਂ ਸੇਵਾਵਾਂ ਕੀਤੀਆਂ। ਇਸ ਗੱਲ ਦੀ ਸਮਝ ਪੈਂਦੀ ਹੈ ਇਹਨਾਂ ਕਰਮਾਂ ਤੋਂ ਕਿ ਬਾਬਾ ਸ਼੍ਰੀ ਚੰਦ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਹੀ ਉਦਾਸੀਨ ਸੰਪਰਦਾ ਦਾ ਆਗਾਜ਼ ਕੀਤਾ ਸੀ। ਆ ਜਿਹੜੇ ਨਿੰਦਕ ਲੋਕ ਬਾਬਾ ਸ਼੍ਰੀ ਚੰਦ ਜੀ ਨੂੰ ਅਤੇ ਉਦਾਸੀਨ ਸੰਪਰਦਾਇ ਨੂੰ ਬੁਰਾ ਕਹਿੰਦੇ ਨੇ ਨਾ, ਮੈਂ ਹੈਰਾਨ ਹਾਂ। ਸਾਡੇ ਪ੍ਰਚਾਰਕ ਜਿਨ੍ਹਾਂ ਨੂੰ ਬਾਣੀ ਦਾ ਇਤਿਹਾਸ ਦਾ ਗਿਆਨ ਹੈ, ਉਹ ਵੀ ਇਹਨਾਂ ਨੂੰ ਜਵਾਬ ਨਹੀਂ ਦਿੰਦੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਗੁਰੂ ਕੇ ਸੁੱਤ ਕੀ ਨਿੰਦਾ ਕਰਨ ਵਾਲੇ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਇਹ ਨਿੰਦਕ ਕਿਉਂ ਭੁੱਲ ਜਾਂਦੇ ਨੇ? ਬਾਬਾ ਸ਼੍ਰੀ ਚੰਦ ਜੀ ਦਾ ਆਗਾਜ਼ ਕਿਸੇ ਆਮ ਘਰ ਵਿੱਚ ਨਹੀਂ ਹੋਇਆ, ਖੁਦ ਖੁਦਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪ੍ਰਗਟ ਹੋਏ ਨੇ, ਜਿਨ੍ਹਾਂ ਬਾਬਤ ਬਾਣੀ ਕਹਿੰਦੀ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। The Lord himself is called ਗੁਰੂ ਨਾਨਕ। ਜੋ ਸਾਰਿਆਂ 'ਚ ਜੋਤ ਬਣ ਕੇ ਸੁਭਾਏਮਾਨ ਹੈ, ਉਹੀ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ। ਮਾਤਾ ਸੁਲੱਖਣੀ ਦੀ ਪਵਿੱਤਰ ਕੁੱਖ ਤੋਂ ਪ੍ਰਗਟ ਹੋਏ ਬਾਬਾ ਸ਼੍ਰੀ ਚੰਦ ਜੀ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਨਿਕਲੇ ਨਾ, ਦੇਸ਼ਾਂ ਦੇਸ਼ਾਂਤਰਾਂ ਵਿੱਚ ਯਾਤਰਾ ਤੇ ਗਏ, ਕਾਹਦੇ ਲਈ? ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵੜ ਭਾਗੀ ਪਾਇਆ। ਭੁੱਲਿਆਂ ਭੜਕਿਆਂ ਨੂੰ ਅਕਾਲ ਪੁਰਖ ਦੇ ਲੜ ਲਾਉਣ ਗਏ ਤਾਂ ਉਦੋਂ ਬਾਬਾ ਸ਼੍ਰੀ ਚੰਦ ਨੂੰ ਪੁੱਤਰ ਬਣਾ ਕੇ ਬੇਬੇ ਨਾਨਕੀ ਨੇ ਪਾਲਿਆ ਹੈ, ਗੁਰਮਤਿ ਦੀ ਸਿੱਖਿਆ ਦਿੱਤੀ ਹੈ। ਇਹ ਉਹ ਬੇਬੇ ਨਾਨਕੀ ਹੈ ਜਿਸ ਦੀ ਪਾਰਖੂ ਨਿਗਾਹ ਨੇ ਪਹਿਚਾਣ ਲਿਆ ਸੀ ਵੀ ਮੇਰਾ ਭਾਈ ਕੋਈ ਆਮ ਇਨਸਾਨ ਨਹੀਂ, ਖੁਦ ਖੁਦਾ ਹੈ, ਦੁਨੀਆ ਨੂੰ ਤਾਰਨ ਆਇਆ ਗੁਰੂ ਨਾਨਕ ਹੈ। ਸੋ ਨਿੰਦਾ ਕਰਨ ਵਾਲੇ ਧਿਆਨ ਦੇਣ। ਮੈਂ ਇੱਕ ਹੋਰ ਬੇਨਤੀ ਕਰਾਂ, ਅਗਰ ਬਾਬਾ ਸ਼੍ਰੀ ਚੰਦ ਜੀ ਪਿਤਾ ਗੁਰੂ ਨਾਨਕ ਦੇਵ ਜੀ ਦੀ ਆਗਿਆ ਤੋਂ ਉਲਟ ਚੱਲਦੇ ਹੁੰਦੇ ਨਾ, ਫਿਰ ਉਹਨਾਂ ਦਾ ਇਸ਼ਟ ਦੇਵ ਕੋਈ ਹੋਰ ਭਗਵਾਨ ਅਵਤਾਰ ਰਹਿਬਰ ਦੇਵੀ ਦੇਵਤਾ ਹੋਣਾ ਸੀ। ਔਰ
ਆਪਣੇ ਇਸ਼ਟ ਦੀ ਵਡਿਆਈ ਵਿੱਚ ਉਹਨਾਂ ਨੇ ਕੋਈ ਰਚਨਾ ਕਰਨੀ ਸੀ, ਕੋਈ ਬਾਣੀ ਦਾ ਉਚਾਰਨ ਕਰਨਾ ਸੀ। ਪਰ ਬਾਬਾ ਸ਼੍ਰੀ ਚੰਦ ਜੀ ਦੀਆਂ ਜਿੰਨੀਆਂ ਵੀ ਰਚਨਾਵਾਂ ਪੜ੍ਹੋਗੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਅਕਾਲ ਪੁਰਖ ਦੇ ਰੂਪ ਵਜੋਂ ਕੀਤੀ ਗਈ ਹੈ, ਜਿੱਥੋਂ ਸਾਬਤ ਹੁੰਦਾ ਹੈ ਵੀ ਗੁਰੂ ਨਾਨਕ ਸਾਹਿਬ ਹੀ ਬਾਬਾ ਸ਼੍ਰੀ ਚੰਦ ਜੀ ਦੇ ਗੁਰੂ ਅਤੇ ਇਸ਼ਟ ਦੇਵ ਸਨ। ਉਹਨਾਂ ਸਭ ਦੇਵੀ ਦੇਵਤੇ ਰਹਿਬਰਾਂ ਨੂੰ ਗੁਰੂ ਨਾਨਕ ਸਾਹਿਬ ਨੂੰ ਵੱਡਾ ਦੱਸਿਆ। ਇੱਕ ਆਰਤਾ ਸਾਹਿਬ ਰਚਨਾ ਹੈ ਬਾਬਾ ਸ਼੍ਰੀ ਚੰਦ ਦੀ। ਇੱਕ ਦਿਨ ਉਹ ਸਮਾਧੀ 'ਚ ਬੈਠੇ ਸਨ, ਕੀ ਵੇਖਦੇ ਨੇ, ਸੱਚਖੰਡ ਦੇ ਅੰਦਰ ਤਖਤ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਸੁਭਾਏਮਾਨ ਨੇ। ਸਭ ਦੇਵੀ ਦੇਵਤੇ, ਸੰਤ ਮਹਾਤਮਾ, ਫਕੀਰ ਲੋਕ ਆਪਣੇ ਨਿਸ਼ਚੇ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਵੱਖੋ ਵੱਖ ਨਾਵਾਂ ਨਾਲ ਧਿਆਉਂਦੇ ਨੇ। ਆਪ ਸਮਾਧੀ ਤੋਂ ਉੱਠੇ, ਆਨੰਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਭੂ ਸਰੂਪ ਸਵੀਕਾਰ ਕਰਕੇ ਪਿਤਾ ਦੇ ਸਾਹਮਣੇ ਹੋ ਕੇ ਨਾ ਆਰਤਾ ਸਾਹਿਬ ਉਚਾਰਿਆ। ਜਦੋਂ ਮਹਾਰਾਜ ਉਦਾਸੀਆਂ ਤੋਂ ਪਰਤੇ ਸਨ, ਪਤਾ ਕੀ ਕਹਿਣ ਲੱਗੇ? ਧਿਆਨ ਦਿਓ ਇਹਨਾਂ ਲਫ਼ਜ਼ਾਂ ਵੱਲ। ਆਰਤਾ ਕੀਜੈ ਨਾਨਕ ਸਾਹਾ ਪਾਤ ਸਾਹਾ ਕਾ, ਹਰ ਹਰ ਦੀਨ ਦੁਨੀਆ ਕੇ ਸ਼ਾਹੇਨ ਸ਼ਾਹਾ ਕਾ। ਕਹਿੰਦੇ ਅਗਰ ਆਰਤਾ ਕਰਨਾ ਹੈ, ਵਡਿਆਈ ਕਰਨੀ ਹੈ, ਤੇ ਖੁਦ ਖੁਦਾ ਗੁਰੂ ਨਾਨਕ ਦੀ ਕਰੋ ਜੋ ਲੋਕ ਪਰਲੋਕ ਦਾ ਪਾਤਸ਼ਾਹ ਹੈ। ਬਾਣੀ ਵੀ ਤੇ ਇਹੀ ਕਹਿੰਦੀ ਹੈ ਨਾ, ਗੁਰੂ ਨਾਨਕ ਦੇਵ ਗੋਵਿੰਦ ਰੂਪ। ਗੁਰੂ ਨਾਨਕ ਦੇਵ ਇਜ਼ ਦਾ ਇੰਬੋਡੀਮੈਂਟ ਆਫ ਦਾ ਲਾਰਡ। ਗੁਰੂ ਨਾਨਕ ਹੀ ਖੁਦਾ ਹੈ। ਇੱਕ ਹੋਰ ਰਚਨਾ ਹੈ ਸਹੰਸਰਨਾਮਾ। ਦੇਖੋ, ਸੰਸਕ੍ਰਿਤ ਵਿੱਚ ਇੱਕ ਰਚਨਾ ਹੈ ਵਿਸ਼ਨੂੰ ਸਹੰਸਰਨਾਮਾ। ਉਹਦੇ ਵਿੱਚ ਵਿਸ਼ਨੂੰ ਜੀ ਦੇ 1008 ਨਾਵਾਂ ਦਾ ਜ਼ਿਕਰ ਹੈ। ਹੁਣ ਗੁਰੂ ਨਾਨਕ ਸਾਹਿਬ ਦਾ ਕਿੱਡਾ ਵੱਡਾ ਰੁਤਬਾ ਹੋਵੇਗਾ ਵੀ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਰਚਨਾ ਕੀਤੀ, ਗੁਰੂ ਨਾਨਕ ਸਹੰਸਰਨਾਮਾ। ਉਹਦੇ ਵਿੱਚ ਉਹਨਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦਿਆਂ, ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਦਾ ਸਰਗੁਣ ਸਰੂਪ ਦਰਸਾਉਂਦਿਆਂ 100 ਸ਼ਲੋਕ ਉਚਾਰੇ ਨੇ। ਇਸ ਰਚਨਾ ਵਿੱਚ 1008 ਤੋਂ ਵੀ ਵੱਧ ਨਾਮ ਉਹਨਾਂ ਗੁਰੂ ਨਾਨਕ ਸਾਹਿਬ ਦੇ ਉਚਾਰੇ ਨੇ। ਜਿਵੇਂ ਸੰਸਕ੍ਰਿਤ ਵਿੱਚ ਲਿਖੇ ਵਿਸ਼ਨੂੰ ਸਹੰਸਰਨਾਮਾ ਦੇ ਵਿੱਚ ਸੈਂਕੜੇ ਨਾਮ ਨੇ ਨਾ, ਉਹਦੇ ਤੁੱਲ ਗੁਰੂ ਨਾਨਕ ਸਹੰਸਰਨਾਮਾ ਲਿਖ ਕੇ ਆਪਣੀ ਸ਼ਰਧਾ ਗੁਰੂ ਨਾਨਕ ਸਾਹਿਬ ਪ੍ਰਤੀ ਪ੍ਰਗਟ ਕਰਦਿਆਂ ਦੱਸਿਆ ਵੀ ਗੁਰੂ ਨਾਨਕ ਸਾਹਿਬ ਸਭ ਦੇਵੀ ਦੇਵਤੇ ਰਹਿਬਰਾਂ ਅਵਤਾਰਾਂ ਨਾਲੋਂ ਵੱਡੇ ਨੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੋ ਇਹਨਾਂ ਦੋ ਮਹਾਨ ਰਚਨਾਵਾਂ ਰਾਹੀਂ ਸਾਬਤ ਹੁੰਦਾ ਹੈ ਵੀ ਬਾਬਾ ਸ਼੍ਰੀ ਚੰਦ ਜੀ ਆਪਣਾ ਇਸ਼ਟ ਰਹਿਬਰ ਸਦਾ ਗੁਰੂ ਨਾਨਕ ਨਿਰੰਕਾਰੀ ਨੂੰ ਮੰਨਦੇ ਸਨ। ਗੁਰੂ ਪਿਤਾ ਪ੍ਰਤੀ ਅਥਾਹ ਸ਼ਰਧਾ ਦਾ ਸਬੂਤ ਇਹ ਰਚਨਾਵਾਂ ਦਿੰਦੀਆਂ ਨੇ। ਨਿੰਦਕ ਕੇ ਯਾਦ ਰੱਖਣ, ਬਾਬਾ ਸ਼੍ਰੀ ਚੰਦ ਜੀ ਮਹਾਨ ਪੁਰਸ਼ ਸਨ ਜਿਨ੍ਹਾਂ ਨੇ ਉਦਾਸੀਨ ਸੰਪਰਦਾਇ ਰਾਹੀਂ ਭਾਰਤ ਵਰਸ਼ ਦੇ ਹਰ ਕੋਨੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਔਰ ਉਸ ਮਹਾਂਪੁਰਸ਼ ਦੀ ਹਸਤੀ ਸੂਰਜ ਵਾਂਗ ਬੁਲੰਦ ਹੈ, ਪ੍ਰਕਾਸ਼ਵਾਨ ਹੈ। ਤੇ ਸੂਰਜ ਤੇ ਥੁੱਕਣ ਵਾਲਿਆਂ ਦਾ ਹਾਲ ਜੋ ਹੁੰਦਾ ਹੈ ਆਪਾਂ ਜਾਣਦੇ ਹਾਂ, ਥੁੱਕ ਆਪਣੇ ਤੇ ਹੀ ਪੈਂਦੀ ਹੈ ਉਹਨਾਂ ਤੇ। ਨਿੰਦਾ ਕਰਨ ਵਾਲੇ ਦਾ ਹੀ ਮੂੰਹ ਕਾਲਾ ਹੋਵੇਗਾ। ਬਾਬਾ ਸ਼੍ਰੀ ਚੰਦ ਜੀ ਦੀ ਵਡਿਆਈ ਤੇ ਇਦਾਂ ਹੀ ਰਹੇਗੀ। ਬਾਣੀ ਦਾ ਜੋ ਫਰਮਾਨ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਇੱਕ ਗੱਲ ਹੋਰ ਕਹਿ ਦੇਵਾਂ, ਗੁਰੂ ਸਾਹਿਬ ਦੀ ਵੰਸ਼, ਪਿਤਾ ਮਾਤਾ ਸਪੂਤ ਸਭ ਦਾ ਸਤਿਕਾਰ ਅਸੀਂ ਕਰਨਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਹੁਕਮ ਕੀਤਾ ਹੈ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ। ਬਲੈਸਡ ਇਜ਼ ਦਾ ਫਾਦਰ, ਬਲੈਸਡ ਇਜ਼ ਦਾ ਫੈਮਿਲੀ, ਬਲੈਸਡ ਇਜ਼ ਦਾ ਮਦਰ ਹੂ ਗਿਵ ਬਰਥ ਟੂ ਦਾ ਗੁਰੂ। ਉਹ ਮਾਂ, ਉਹ ਪਿਤਾ, ਉਹ ਕੁਲ ਧੰਤਾ ਦੇ ਜੋਗ, ਉਹ ਔਲਾਦ ਧੰਤਾ ਦੇ ਜੋਗ ਹੈ ਜਿਨ੍ਹਾਂ ਦਾ ਸੰਬੰਧ ਗੁਰੂ ਪਰਮੇਸ਼ਰ ਦੇ ਨਾਲ ਹੈ। ਸੋ ਦਾਸ ਇੱਕ ਬੇਨਤੀ ਕਰੇ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਿੱਖੀ ਦਾ ਬਗੀਚਾ ਸਾਜਿਆ ਹੈ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ, ਸਭ ਸੰਪਰਦਾਵਾਂ ਸ਼ਾਮਲ ਨੇ, ਚਾਹੇ ਟਕਸਾਲ, ਨਿਹੰਗ ਸਿੰਘ, ਉਦਾਸੀ, ਨਿਰਮਲੇ, ਨਾਨਕਸਰ, ਰਾੜਾ ਸਾਹਿਬ, ਸੇਵਾ ਪੰਥੀ, ਜਿਤਨੇ ਵੀ ਸਿੱਖ ਨੇ, ਸੰਪਰਦਾਵਾਂ ਨੇ, ਇਹ ਸਭ ਫਲ ਫੁੱਲ ਉਸ ਬਗੀਚੇ ਵਿੱਚ ਹੀ ਲੱਗੇ ਨੇ। ਜਿਵੇਂ ਇੱਕ ਬਗੀਚੇ ਵਿੱਚ ਇੱਕ ਤਰ੍ਹਾਂ ਦੇ ਫੁੱਲ ਹੋਣ ਤੇ ਓਨੀ ਸ਼ੋਭਾ ਨਹੀਂ ਹੈ,
ਰੰਗ ਬਰੰਗੇ ਫੁੱਲ ਹੋਣ ਤੇ ਸ਼ੋਭਾ ਬਣਦੀ ਹੈ। ਸੋ ਇਹ ਗੁਰੂ ਨਾਨਕ ਦਾ ਬਗੀਚਾ ਹੈ। ਉਹ ਜਗਤ ਗੁਰੂ ਨੇ, ਕੁੱਲ ਕਾਇਨਾਤ ਦੇ ਮਾਲਕ ਨੇ। ਸਾਰੀਆਂ ਸੰਪਰਦਾਵਾਂ ਦਾ ਅਦਬ ਕਰੀਏ ਔਰ ਗੁਰੂ ਕੀ ਇਤਿਹਾਸ ਕੀ ਨਿੰਦਾ ਕਰਨ ਵਾਲਿਆਂ ਤੋਂ ਸੁਚੇਤ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।